ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਭਗਤ ਕਬੀਰ ਜੀ ਦੇ 1364 ਅੰਗ ਤੋਂ ਲੈ ਕੇ 1377 ਅੰਗ ਤੱਕ 243 ਸ਼ਲੋਕ ਸੁਸ਼ੋਭਿਤ ਹਨ। 1375 ਅੰਗ ਤੇ ਵਿਚਾਰ ਹੋਈ, 1376 ਅੰਗ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कबीरा हमरा को नहीं, हम किसहूँ के नाही। जिन एह रचन रचाया, तिस ही माहे समाहे। गुरु अर्जन देव जी कबीर जी दे हवाले नाल कहंदे हन, हे कबीर, संसार विच ਸਾਡਾ ਕੋਈ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਦੇ ਸਾਥੀ ਹਾਂ। ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਉਸ ਦੀ ਯਾਦ ਵਿੱਚ ਹੀ ਅਸੀਂ ਲੀਨ ਰਹਿੰਦੇ ਹਾਂ। ਕਬੀਰ ਕੀਚੜ ਆਟਾ ਗਿਰ ਪਰਾ, ਕਛੂ ਨਾ ਆਇਓ ਹਾਥ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਕਬੀਰ ਜੀ ਕਹਿੰਦੇ ਹਨ, ਆਟਾ ਕਿਚੜ ਵਿੱਚ ਡਿੱਗ ਪਿਆ ਤੇ ਕੁਝ ਵੀ ਹੱਥ ਨਾ ਆਇਆ। ਜਿਹੜਾ ਕੁਝ ਪੀਸਦਿਆਂ ਪੀਸਦਿਆਂ ਫੱਕੇ ਮਾਰ ਕੇ ਚੱਬ ਲਿਆ ਸੀ, ਉਹੀ ਤੋੜ ਤੱਕ ਚੱਲਿਆ। ਭਾਉ ਉਮਰ ਰੂਪੀ ਚੱਕੀ ਵਿੱਚ ਸਵਾਸਾਂ ਦਾ ਆਟਾ ਸੰਸਾਰ ਦੇ ਧੰਦਿਆਂ ਰੂਪੀ ਚਿੱਕੜ ਵਿੱਚ ਡਿੱਗ ਕੇ ਬੇਅਰਥ ਚਲਿਆ ਜਾਂਦਾ ਹੈ। ਪਰ ਜਿਹੜਾ ਕੁਛ ਸਮਾਂ ਕਿਸੇ ਸਤਸੰਗ ਵਿੱਚ ਜਾਂ ਪ੍ਰਭੂ ਸਿਮਰਨ ਵਿੱਚ ਬਤੀਤ ਕੀਤਾ ਜਾਏ, ਉਹੀ ਅੰਤ ਨੂੰ ਨਾਲ ਨਿਭਦਾ ਹੈ। ਇਹੀ ਸਮਾਂ ਪੀਂਦਿਆਂ ਪੀਂਦਿਆਂ ਕਾਰ ਵਿਵਹਾਰਾਂ ਕਰਦਿਆਂ ਪਰਮਾਤਮਾ ਨਾਮ ਦੇ ਫੱਕੇ ਮਾਰਨੇ ਕਹੇ ਗਏ ਹਨ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਅਵਗਣ ਕਰੈ, ਕਾਹੇ ਕੀ ਕੁਸਲਾਤ। ਹਾਥ ਦੀਪ ਕੂਏ ਪਰੈ। ਕਬੀਰ ਜੀ ਕਹਿੰਦੇ ਹਨ, ਮਨ ਸਭ ਗੱਲਾਂ ਜਾਣਦਾ ਹੋਇਆ ਵੀ ਕੀ ਮਾੜੀ ਕਿਹੜੀ ਤੇ ਚੰਗੀ ਕਿਹੜੀ ਮਾੜੀ ਫਿਰ ਗੁਨਾਹ ਕਰਦਾ ਹੈ। ਜਿਸ ਦੇ ਹੱਥ ਵਿੱਚ ਦੀਵਾ ਹੋਵੇ ਤੇ ਉਹ ਖੂਹ ਵਿੱਚ ਡਿੱਗ ਪਵੇ, ਉਸ ਨੂੰ ਦੀਵੇ ਦਾ ਕੀ ਸੁੱਖ ਹੈ। ਇਹ ਜਾਣ ਲੈਣਾ ਕਿ ਕੁਕਰਮ ਪਾਪ ਹੈ। ਇਸ ਗਿਆਨ ਚਾਨਣੇ ਦੇ ਹੁੰਦਿਆਂ ਵੀ ਫਿਰ ਜਿਹੜਾ ਕੁਕਰਮਾਂ ਦੇ ਖੂਹ ਵਿੱਚ ਡਿੱਗ ਪਵੇ, ਉਸ ਨੂੰ ਕੁਕਰਮ ਦੇ ਗਿਆਨ ਹੋਣ ਦਾ ਕੋਈ ਲਾਭ ਨਹੀਂ ਹੈ। ਕਬੀਰ ਲਾਗੀ ਪ੍ਰੀਤ ਸੁਜਾਨ ਸੋ, ਬਰਜੈ ਲੋਗ ਅਜਾਨ। ਤਾਂ ਸੋ ਟੂਟੀ ਕਿਉਂ ਬਨੈ, ਜਾਂ ਕੇ ਜੀ ਪਰਾਨ। ਏ ਕਬੀਰ, ਸੁਜਾਨ ਘਟ ਘਟ ਦੀ ਜਾਣਨ ਵਾਲੇ ਪਰਮਾਤਮਾ ਨਾਲ ਲੱਗੀ ਹੋਈ ਪ੍ਰੀਤ ਵੱਲੋਂ ਮੂਰਖ ਲੋਕ ਹਟਾਉਂਦੇ ਹਨ। ਭਲਾ ਉਸ ਨਾਲੋਂ ਪ੍ਰੀਤ ਤੋੜਨੀ ਕਿਸ ਤਰ੍ਹਾਂ ਬਣਦੀ ਹੈ, ਠੀਕ ਹੋ ਸਕਦੀ ਹੈ। ਜਿਸ ਦੇ ਦਿੱਤੇ ਹੋਏ ਜਿੰਦ ਤੇ ਪ੍ਰਾਣ ਹਨ,
ਕਿਉਂਕਿ ਜਿੰਦ ਪ੍ਰਾਣਾਂ ਤੋਂ ਬਿਨਾਂ ਜੀਵ ਦੀ ਕੋਈ ਹੋਂਦ ਹੀ ਨਹੀਂ ਰਹਿੰਦੀ। ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ। ਕਾਰਜ ਸਾਢੇ ਤੀਨ ਹੱਥ, ਕਹਾਣੀ ਤਾਂ ਪੌਣੇ ਚਾਰ। ਏ ਕਬੀਰ, ਮਹਿਲਾਂ ਮਾੜੀਆਂ ਨਾਲ ਪ੍ਰੇਮ ਕਰਕੇ ਉਹਨਾਂ ਨੂੰ ਸਵਾਰ ਕੇ ਕਿਉਂ ਖਪ ਰਹੇ ਹੋ? ਅੰਤ ਤਾਂ ਤੇਰੇ ਕਰਮਾਂ ਨੂੰ 3.5 ਹੱਥ ਕਬਰ ਦੀ ਥਾਂ ਹੀ ਆਉਣੀ ਹੈ। ਜੇ ਬਹੁਤੀ ਹੋਏਗੀ ਤਾਂ ਪੌਣੇ 4 ਹੱਥ ਕਬਰ ਲੰਬੀ ਬਣ ਜਾਏਗੀ। ਕਬੀਰ, ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਕਬੀਰ ਜੀ ਕਹਿੰਦੇ ਹਨ, ਜਿਹੜੀ ਗੱਲ ਮੈਂ ਸੋਚਦਾ ਹਾਂ ਉਹ ਪਰਮਾਤਮਾ ਨਹੀਂ ਕਰਦਾ, ਫਿਰ ਮੇਰੇ ਸੋਚਣ ਨਾਲ ਕੀ ਬਣਨਾ ਹੈ। ਪਰਮਾਤਮਾ ਆਪਣਾ ਸੋਚਿਆ ਹੋਇਆ ਹੀ ਕਰਦਾ ਹੈ, ਜਿਹੜਾ ਕਿ ਮੇਰੇ ਮਨ ਵਿੱਚ ਚੇਤੇ ਨਹੀਂ ਹੁੰਦਾ। ਮਹੱਲਾ ਤੀਜਾ। ਚਿੰਤਾ ਵੀ ਆਪ ਕਰਾਏ ਸੀ, ਐ ਚਿੰਤ ਵੀ ਆਪੇ ਦੇ। ਨਾਨਕ ਸੋ ਸਲਾਹੀਐ, ਜੇ ਸਭਨਾ ਸਾਰ ਕਰੇ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਪਰਮਾਤਮਾ ਆਪ ਹੀ ਜੀਵਾਂ ਦੀ ਚਿੰਤਾ ਕਰਦਾ ਹੈ ਤੇ ਆਪ ਹੀ ਜੀਵਾਂ ਨੂੰ ਚਿੰਤਾ ਰਹਿਤ ਕਰਦਾ ਹੈ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ, ਜਿਹੜਾ ਸਾਰਿਆਂ ਦੀ ਸੰਭਾਲ ਕਰਦਾ ਹੈ। ਆਪ ਨਾ ਕਿਸੇ ਗੱਲ ਦੀ ਚਿੰਤਾ ਕਰੀਏ ਅਤੇ ਨਾ ਹੀ ਚਿੰਤਾ ਰਹਿਤ ਹੋਈਏ। ਮਹੱਲਾ ਪੰਜਵਾਂ। ਕਬੀਰ, ਰਾਮ ਨਾ ਚੇਤਿਓ, ਫਿਰਿਆ ਲਾਲਚ ਮਾਹੇ। ਪਾਪ ਕਰਨ ਤਾ ਮਰ ਗਿਆ, ਔਧ ਪੁਨੀ ਖਿਨ ਮਾਹੇ। ਗੁਰੂ ਅਰਜਨ ਦੇਵ ਜੀ ਵਿਚਾਰ ਪ੍ਰਗਟ ਕਰਦੇ ਹਨ, ਪੁਰਸ਼ ਨੇ ਪਰਮਾਤਮਾ ਦਾ ਨਾਮ ਨਾ ਜਪਿਆ ਤੇ ਪਦਾਰਥਾਂ ਦੇ ਲਾਲਚ ਵਿੱਚ ਹੀ ਭਟਕਦਾ ਫਿਰਦਾ ਹੈ। ਇਸ ਤਰ੍ਹਾਂ ਪਾਪ ਕਰਦਾ ਕਰਦਾ ਹੀ ਮਰ ਜਾਂਦਾ ਹੈ। ਉਸ ਦੇ ਲਾਲਚ ਅਜੇ ਪੂਰੇ ਨਹੀਂ ਹੁੰਦੇ ਕਿ ਛਿਨ ਵਿੱਚ ਹੀ ਉਸ ਦੀ ਉਮਰ ਪੂਰੀ ਹੋ ਜਾਂਦੀ ਹੈ ਤੇ ਅੱਗੇ ਨੂੰ ਤੁਰਦਾ ਹੁੰਦਾ ਹੈ। ਕਬੀਰ, ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ। ਸਾਬਤ ਰਖੇ ਤਾਂ ਰਾਮ ਭਜ, ਨਾਹੀ ਨਾ ਬਿਨਠੀ ਬਾਤ। ਕਬੀਰ ਜੀ ਕਹਿੰਦੇ ਹਨ, ਇਹ ਦੇਹੀ ਕੱਚੀ ਮਟਕੀ ਹੈ ਅਤੇ ਇਹ ਅਸਲ ਵਿੱਚ ਨਿਰੋਲ ਕੱਚੀ ਮਿੱਟੀ ਹੈ। ਜੇਕਰ ਤੂੰ ਇਸ ਨੂੰ ਸਾਬਤ ਰੱਖਣਾ ਚਾਹੁੰਦਾ ਹੈ, ਪਰਮਾਤਮਾ ਦਾ ਸਿਮਰਨ ਕਰ, ਨਹੀਂ ਤਾਂ ਬਿਨਠੀ ਬਾਤ, ਇਸ ਦੇਹੀ ਨੂੰ ਨਾਸ ਹੋਇਆ ਹੀ ਜਾਣੋ। ਕਬੀਰ, ਕੇਸੋ ਕੂ ਕੀਐ, ਨਾ ਸੋਈਐ ਅਸਾਰ। ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ। ਕਬੀਰ ਜੀ ਕਹਿੰਦੇ ਹਨ, ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦੇ ਰਹੀਏ, ਕਦੀ ਬੇਖਬਰ ਬੇਪਰਵਾਹ ਹੋ ਕੇ ਨਾ ਸੋਈਏ। ਰਾਤ ਦਿਨ ਅਰਥਾਤ ਹਰ ਸਮੇਂ
ਸਿਮਰਨ ਯਾਦ ਕਰਨ ਨਾਲ ਕਦੀ ਨਾ ਕਦੀ ਪਰਮਾਤਮਾ ਪੁਕਾਰ ਸੁਣ ਹੀ ਲਵੇਗਾ। ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ। ਕਬੀਰ ਜੀ ਕਹਿੰਦੇ ਹਨ, ਸਰੀਰ ਕਜਲੀ ਬਨ ਕੇਲਿਆਂ ਦੇ ਜੰਗਲ ਸਮਾਨ ਬਣਿਆ ਹੋਇਆ ਹੈ, ਜਿਸ ਵਿੱਚ ਮਨ ਇੱਕ ਮਸਤ ਹਾਥੀ ਹੈ। ਇਸ ਮਸਤ ਹਾਥੀ ਮਨ ਨੂੰ ਸਿੱਧਾ ਤੋਰਨ ਵਾਸਤੇ ਗੁਰੂ ਦਾ ਸ੍ਰੇਸ਼ਟ ਗਿਆਨ ਕੁੰਡਾ ਹੈ। ਇਸ ਕੁੰਡੇ ਨਾਲ ਹਾਥੀ ਨੂੰ ਖੇਵਟ ਚਲਾਉਣ ਵਾਲਾ ਕੋਈ ਵਿਰਲਾ ਹੀ ਸੰਤ ਮਹਾਤਮਾ ਹੁੰਦਾ ਹੈ। ਕਬੀਰ ਰਾਮ ਰਤਨ ਮੁਖ ਕੋਥਰੀ ਪਾਰਖ ਆਗੈ ਖੋਲ ਕੋਈ ਆਏ ਮਿਲੇ ਗੋ ਗਾਹਕੀ ਲੈ ਗੋ ਮਹਿੰਗੇ ਮੋਲ। ਕਬੀਰ ਜੀ ਕਹਿੰਦੇ ਹਨ, ਰਾਮ ਦਾ ਨਾਮ ਰੂਪ ਇੱਕ ਬਹੁਮੁੱਲਾ ਰਤਨ ਹੈ। ਇਸ ਨੂੰ ਸਾਂਭ ਕੇ ਰੱਖਣ ਵਾਸਤੇ ਆਪਣੇ ਮੂੰਹ ਦੀ ਗੁੱਥੀ ਬਣਾਓ ਅਤੇ ਇਸ ਗੁੱਥੀ ਨੂੰ ਕਿਸੇ ਪਾਰਖੂ ਅੱਗੇ ਹੀ ਖੋਲੋ। ਇਸ ਨੂੰ ਖਰੀਦਣ ਵਾਸਤੇ ਕੋਈ ਗਾਹਕ ਆ ਜਾਏਗਾ ਅਤੇ ਮਹਿੰਗੇ ਮੋਲ ਮਨ ਤਨ ਦੇ ਕੇ ਇਸ ਨੂੰ ਖਰੀਦ ਲਵੇਗਾ। ਕਬੀਰ ਰਾਮ ਨਾ ਜਾਣਿਓ ਨਹੀਂ ਪਾਲੋ ਕਟਕ ਕੁਟੰਬ ਧੰਦੇ ਹੀ ਮਹਿ ਮਰ ਗਇਓ ਬਾਹਰ ਭਈ ਨਾ ਬੰਬ। ਕਬੀਰ ਜੀ ਕਹਿੰਦੇ ਹਨ, ਇਸ ਪੁਰਸ਼ ਨੇ ਰਾਮ ਨਾਮ ਨੂੰ ਕੁਝ ਸਮਝਿਆ ਨਹੀਂ ਤੇ ਬਹੁਤ ਸਾਰੇ ਟੱਬਰ ਨੂੰ ਪਾਲਦਾ ਰਿਹਾ। ਟੱਬਰ ਦੇ ਧੰਦਿਆਂ ਵਿੱਚ ਹੀ ਮਰ ਗਿਆ, ਪਰ ਕਦੇ ਵੀ ਮੂੰਹ ਤੋਂ ਰਾਮ ਨਾਮ ਦੀ ਆਵਾਜ਼ ਨਾ ਨਿਕਲੀ। ਕਬੀਰ ਆਖੀ ਕਰੇ ਮਾਟੂ ਕੇ ਪਲ ਪਲ ਗਈ ਬਿਹਾਏ ਮਨ ਜੰਜਾਲ ਨਾ ਛੋੜਈ ਜਮ ਦਿਆ ਦਮਾਮਾ ਆਏ। ਕਬੀਰ ਜੀ ਕਹਿੰਦੇ ਹਨ, ਪੁਰਸ਼ ਦੀਆਂ ਉਮਰ ਅੱਖਾਂ ਦੇ ਮਟਕੇ ਝਪਕਣ ਵਿੱਚ ਹੀ ਛਿਨ ਛਿਨ ਕਰਕੇ ਬੀਤ ਜਾਂਦੀ ਹੈ, ਪਰ ਉਸ ਦਾ ਮਨ ਅਜੇ ਵੀ ਕੁਟੁੰਬ ਦੇ ਧੰਦਿਆਂ ਨੂੰ ਨਹੀਂ ਛੱਡਦਾ। ਅੰਤ ਨੂੰ ਜਮਾਂ ਨੇ ਆਣ ਕੇ ਮੌਤ ਦਾ ਨਗਾੜਾ ਵਜਾ ਦਿੱਤਾ। ਕਬੀਰ ਤਰਵਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਕਬੀਰ ਜੀ ਕਹਿੰਦੇ ਹਨ, ਪਰਮਾਤਮਾ ਦਾ ਨਾਮ ਰੂਪ ਇੱਕ ਬ੍ਰਿਕਸ਼ ਹੈ ਅਤੇ ਬੈਰਾਗ ਰੂਪ ਉਸ ਦਾ ਫਲ ਹੈ। ਪਰਮਾਤਮਾ ਰੂਪ ਬ੍ਰਿਕਸ਼ ਦੀ ਛਾਇਆ ਸਾਧੂ ਲੋਕ ਹਨ, ਜਿਨ੍ਹਾਂ ਨੇ ਸੰਸਾਰ ਦੇ ਝਗੜੇ ਝਾਸੇ ਤਿਆਗ ਦਿੱਤੇ ਹੋਏ ਹਨ। ਬ੍ਰਿਕਸ਼ ਦੀ ਛਾਂ ਹੇਠ ਭਾਵੇਂ ਕੋਈ ਆਣ ਬੈਠੇ, ਉਹ ਉਸ ਨਾਲ ਕਿਸੇ ਪ੍ਰਕਾਰ ਝਗੜਾ ਨਹੀਂ ਕਰਦੇ। ਸੋ ਇਹੀ ਪੁਰਸ਼ ਸਾਧੂ ਦੇ ਲੱਛਣ ਹਨ। ਕਬੀਰ ਐਸਾ ਬੀਜ ਬੋਏ ਬਾਹਰ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ
ਪੰਖੀ ਕੇਲ ਕਰੰਤ। ਕਬੀਰ ਜੀ ਕਹਿੰਦੇ ਹਨ, ਐਸਾ ਬੀਜ ਬੀਜੋ ਜੋ 12 ਮਹੀਨੇ ਹੀ ਫਲਦਾ ਰਹਿੰਦਾ ਹੈ, ਜਿਸ ਦੀ ਠੰਡੀ ਛਾਂ ਗਹਿਰ ਗੂੜਾ ਸੰਘਣਾ ਫਲ ਹੋਵੇ ਅਤੇ ਪੰਛੀ ਉਸ ਉੱਤੇ ਬੈਠ ਕੇ ਖੇਡਾਂ ਖੇਡਣ, ਆਨੰਦ ਕਰਨ। ਕਬੀਰ ਦਾਤਾ ਤਰਵਰ ਦਇਆ ਫਲ, ਉਪਕਾਰੀ ਜੀਵੰਤ। ਪੰਖੀ ਚਲੇ ਦਿਸਾਵਰੀ, ਬਿਰਖਾ ਸੁਫਲ ਫਲੰਤ। ਕਬੀਰ ਜੀ ਕਹਿੰਦੇ ਹਨ, ਦਾਤਾ ਰੂਪ ਇੱਕ ਬ੍ਰਿਛ ਹੈ ਜਿਸ ਨੂੰ ਦਇਆ ਦੇ ਫਲ ਲੱਗਦੇ ਹਨ। ਐਸੇ ਦਇਆਵਾਨ ਉਪਕਾਰ ਕਰਨ ਵਾਲੇ ਪੁਰਸ਼ ਸਦਾ ਜੀਵਤ ਜਿਉਂਦੇ ਹਨ। ਬ੍ਰਿਛ ਦੇ ਫਲ ਖਾਣ ਵਾਲੇ ਅਤੇ ਛਾਂ ਹੇਠ ਬੈਠਣ ਵਾਲੇ ਪੰਛੀ ਸਾਧੂ ਜਨ ਹੋਰ ਦੇਸਾਂ ਨੂੰ ਚਲੇ ਜਾਂਦੇ ਹਨ ਅਤੇ ਉਸ ਬ੍ਰਿਛ ਨੂੰ ਅਸੀਸਾਂ ਦੇ ਜਾਂਦੇ ਹਨ ਕਿ ਹੇ ਸੁਖਦਾਈ ਬ੍ਰਿਛ, ਸਦਾ ਹੀ ਫਲਦਾ ਫੁੱਲਦਾ ਰਹੇ। ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲੀਲਾਟ। ਮੁਕਤ ਪਦਾਰਥ ਪਾਈਐ, ਠਾਕ ਨਾ ਔਘਟ ਘਾਟ। ਕਬੀਰ ਜੀ ਕਹਿੰਦੇ ਹਨ, ਸਾਧ ਸੰਗਤ ਦੀ ਉਸ ਮਨੁੱਖ ਨੂੰ ਪ੍ਰਾਪਤੀ ਹੁੰਦੀ ਹੈ ਜਿਸ ਦੇ ਲੀਲਾਟ ਮੱਥੇ ਤੇ ਲੇਖ ਲਿਖਿਆ ਹੋਵੇ, ਚੰਗੇ ਭਾਗ ਹੋਣ। ਸਾਧ ਦੀ ਸੰਗਤ ਤੋਂ ਮੁਕਤੀ ਪਦ ਪਾਈਦਾ ਹੈ। ਫਿਰ ਔਘਟ ਘਾਟ, ਔਖੀਆਂ ਘਾਟੀਆਂ, ਸੰਸਾਰ ਦੇ ਝੰਝਟ ਉਸ ਨੂੰ ਚੰਗੇ ਰਸਤੇ ਚੱਲਣ ਵਿੱਚ ਰੋਕ ਨਹੀਂ ਪਾਉਂਦੇ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਚੈਨਲ ਪਰਮਾਤਮ ਕੀ ਮੌਜ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਕੱਲ 1377 ਅੰਗ ਤੇ ਵਿਚਾਰ ਹੋਏਗੀ। ਸਾਧ ਸੰਗਤ ਜੀ ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।